वाहिगुरु जी का खालसा वाहिगुरु जी की फतेह। आप ਸਰਬੱਤ ਸੰਗਤ ਦਾ बहुत बहुत धन्यवाद जो आप जी ਅੱਜ ਦੀ ਇਸ ਕਲਾਸ ਦੇ ਅੰਦਰ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੀ ਜੋ ਸੰਥਿਆ ਅਰਥਾਂ ਸਮੇਤ ਕਰ ਰਹੇ ਹਾਂ ਉਹਦੇ ਵਿੱਚ ਆਪ ਜੀ ਜੁੜੇ ਹੋ। ਸੋ ਗੌੜੀ ਰਾਗ ਦੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਸ਼ਬਦ ਜਿਹੜੇ ਨੇ ਉਹਨਾਂ ਦੀ ਆਰੰਭਤਾ ਹੈ ਉਹ ਚੱਲ ਰਹੇ ਹਨ। ਸੋ ਸਤਿਗੁਰਾਂ ਦੀ ਰਹਿਮਤ ਦੇ ਨਾਲ ਆਪਾਂ ਜੋ ਅੱਗੇ ਹੈ ਉਹਦੀ ਵਿਚਾਰ ਕਰਨੀ ਹੈ। ਸੋ ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਆਪ ਜੀ ਕਰੋ ਗੁਰਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੌੜੀ ਮਹੱਲਾ ਪੰਜਵਾ। तुझ बिन कवन हमारा मेरे प्रीतम प्राण आधारा रहाओ अंतर की विध तुम ही जानी तुम ही सजन सुहेले सर्ब सुखा मैं तुझ ते पाए मेरे ठाकुर अगह अतोले वर्ण न साकौ तुमरे रंगा गुण निधान सुख दाते अगम अगोचर प्रभ अविनाशी पूरे गुर ते जाते परंपव काट किए नेह केवल जब ते हूँ मैं मारी जन्म मरण को चूको सहसा साध संगत दरसारी चरण पखार करो गुर सेवा बार जाऊं लख बरिया जेह प्रसाद इह भव जल तरिया जन नानक प्रेय संग मिरिया। ਇਹ ਸ਼ਬਦ ਜਿੱਥੇ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਰਹਿਮਤਾਂ ਕੀਤੀਆਂ ਨੇ ਅੱਜ ਗੌੜੀ ਮਹੱਲਾ ਪੰਜਵਾ। ਵਾਹਿਗੁਰੂ ਤੁਝ ਬਿਨ ਕਵਣ ਹਮਾਰਾ। ਸੱਚੇ ਪਾਤਸ਼ਾਹ ਜੀ ਕਹਿੰਦੇ ਤੁਝ ਬਿਨ ਕਵਣ ਹਮਾਰਾ। ਐ ਵਾਹਿਗੁਰੂ ਐ ਪ੍ਰਮਾਤਮਾ ਐ ਸੱਚੇ ਪਾਤਸ਼ਾਹ ਤੇਰੇ ਤੋਂ ਬਿਨਾਂ ਕੌਣ ਹੈ ਜਿਹੜਾ ਹੁਣ ਸਾਡਾ ਸਹਾਰਾ ਬਣੇਗਾ, ਮੇਰਾ ਸਹਾਰਾ ਬਣੇਗਾ। ਕਹਿਣ ਦਾ ਭਾਵ ਤੇਰੇ ਤੋਂ ਬਿਨਾਂ ਇਹੋ ਜਿਹਾ ਕੋਈ ਵੀ ਨਹੀਂ ਜਿਹੜਾ ਮੇਰਾ ਸਹਾਰਾ ਬਣ ਸਕਦਾ ਹੈ। ਤੁਝ ਬਿਨ ਕਵਣ ਹਮਾਰਾ ਮੇਰੇ ਪ੍ਰੀਤਮ ਪ੍ਰਾਣ ਆਧਾਰਾ ਰਹਾਵ। ਕਹਿੰਦੇ ਤੂੰ ਹੈ ਮੇਰਾ ਪ੍ਰੀਤਮ ਹੈ, ਪ੍ਰਾਣਾਂ ਦਾ ਪਿਆਰਾ ਹੈ ਤੂੰ, ਤੂੰ ਮੇਰੇ ਪ੍ਰਾਣਾਂ ਦਾ ਆਧਾਰ ਹੈ, ਤੂੰ ਮੇਰੇ ਪ੍ਰਾਣਾਂ ਦਾ ਆਸਰਾ ਹੈ। ਰਹਾਓ ਵਿਸ਼ਰਾਮ ਦੇ ਕੇ ਕਹਿੰਦੇ ਅੰਤਰ ਕੀ ਵਿਦ ਤੁਮ ਹੀ ਜਾਨੀ। ਐ ਸੱਚੇ ਪਾਤਸ਼ਾਹ ਮੇਰੇ ਅੰਦਰ ਦੀ ਜਿਹੜੀ ਵਿਦ ਹੈ ਨਾ, ਅੰਦਰ ਦੀ ਹਾਲਤ ਜਿਹੜੀ ਹੈ ਉਹ ਤੁਸੀਂ ਜਾਣਦਾ, ਤੂੰ ਹੀ ਜਾਣਦਾ ਹੈ। ਤੁਮ ਹੀ ਸੱਜਣ ਸੁਹੇਲੇ, ਤੂੰ ਹੀ ਮੇਰਾ ਸੱਜਣ ਹੈ, ਸੁਹੇਲੇ ਸੁੱਖ ਦੇਣ ਵਾਲਾ, ਤੇ ਤੂੰ ਹੀ ਇਸ ਜੀਵਨ ਦੇ ਅੰਦਰ ਮੈਨੂੰ ਸੁੱਖ ਦੇਣ ਵਾਲਾ ਹੈ। ਤੁਮ ਹੀ ਸੱਜਣ ਸੁਹੇਲੇ ਸਰਬ ਸੁਖਾ ਮੈਂ ਤੁਝ ਤੇ ਪਾਏ ਮੇਰੇ ਠਾਕੁਰ ਅਗਹ ਅਤੋਲੇ। ਇਹ ਮੇਰੇ ਅਥਾਹ ਤੇ ਅਡੋਲ ਠਾਕੁਰ ਸਰਬ ਸੁਖਾ ਮੈਂ ਤੁਝ ਤੇ ਪਾਏ, ਮੈਂ ਸਾਰੇ ਸੁੱਖ ਤੇਰੇ ਤੋਂ ਹੀ ਪ੍ਰਾਪਤ ਕੀਤੇ ਹਨ। ਵਰਨ ਨ ਸਾਕਉ ਤੁਮਰੇ ਰੰਗਾ ਗੁਣ ਨਿਧਾਨ ਸੁਖ ਦਾਤੇ। ਵਰਨ ਨ ਸਾਕਉ ਤੁਮਰੇ ਰੰਗਾ ਸਰਬ ਵਾਹਿਗੁਰੂ ਗੁਣ ਨਿਧਾਨ ਸੁਖ ਦਾਤੇ। ਇਹ ਗੁਣਾਂ ਦੇ ਖਜ਼ਾਨੇ ਸੁੱਖਾਂ ਦੇ ਦਾਤੇ ਪਾਤਸ਼ਾਹ ਮੈਂ ਤੇਰੇ ਗੁਣ ਬਿਆਨ ਨਹੀਂ ਕਰ ਸਕਦਾ, ਤੇਰੇ ਕੌਤਕ ਬਿਆਨ ਨਹੀਂ ਕਰ ਸਕਦਾ। ਅਗੰਮ ਅਗੋਚਰ ਪ੍ਰਭ ਅਬਿਨਾਸੀ ਪੂਰੇ ਗੁਰ ਤੇ ਜਾਤੇ। ਹੇ ਅਗੰਮ ਹੇ ਅਗੋਚਰ ਅਬਿਨਾਸੀ ਪ੍ਰਭੂ ਪੂਰੇ ਗੁਰ ਤੇ ਜਾਤੇ, ਪੂਰੇ ਗੁਰੂ ਦੀ ਰਾਹੀਂ ਹੀ ਤੂੰ ਜਾਣਿਆ ਜਾ ਸਕਦਾ ਹੈ, ਇਸ ਤੋਂ ਬਿਨਾਂ ਨਹੀਂ। ਭਰਮ ਕਾਟ ਕੀਏ ਨਿਹ ਕੇਵਲ ਜਬ ਤੇ ਹਉ ਮੈਂ ਮਾਰੀ। ਕਹਿੰਦੇ ਭਰਮ ਭਉ ਕਾਟ ਕੀਏ ਨਿਹ ਕੇਵਲ,
ਪਰ ਇਹਦੇ ਲਈ ਇੱਕ ਗੱਲ ਇਹ ਵੀ ਕਹੀ, ਜਬ ਤੇ ਹਉਮੈ ਮਾਰੀ, ਜਦੋਂ ਤੋਂ ਮੈਂ ਆਪਣੇ ਅੰਦਰਲੀ ਹਉਮੈ ਨੂੰ ਮਾਰ ਦਿੱਤਾ ਨਾ, ਉਹਨੂੰ ਖਤਮ ਕਰ ਦਿੱਤਾ, ਤੇ ਭਰਮ ਭਉ ਕਾਟ ਕੀਏ ਨਿਹ ਕੇਵਲ। ਪਰਮਾਤਮਾ ਨੇ ਮੇਰਾ ਭਰਮ ਵੀ ਕੱਟ ਦਿੱਤਾ, ਭਉ ਵੀ ਕੱਟ ਦਿੱਤਾ, ਤੇ ਮੈਨੂੰ ਨਿਹ ਕੇਵਲ ਬਣਾ ਦਿੱਤਾ। ਨਿਹ ਕੇਵਲ ਦਾ ਅਰਥ ਪਵਿੱਤਰ, ਸ਼ੁੱਧ, ਜਿਹਨੂੰ ਅਸੀਂ ਕਹਿੰਦੇ, ਉਹਨੇ ਮੈਨੂੰ ਪਵਿੱਤਰ ਕਰ ਦਿੱਤਾ। ਜਨਮ ਮਰਨ ਕੋ ਚੂਕੋ ਸਹਸਾ, ਸਾਧ ਸੰਗਤ ਦਰਸਾਰੀ। ਦਰਸਾਰੀ ਦਾ ਅਰਥ ਹੈ ਦਰਸ਼ਨ। ਜਦੋਂ ਸਾਧ ਸੰਗਤ ਦਾ ਦਰਸ਼ਨ ਹੋਇਆ ਨਾ, ਜਦੋਂ ਸਾਧ ਸੰਗਤ ਦੀ ਪ੍ਰਾਪਤੀ ਹੋਈ, ਕਹਿੰਦੇ ਫਿਰ ਕੀ ਹੋਇਆ? ਜਨਮ ਮਰਨ ਕੋ ਚੂਕੋ ਸਹਸਾ। ਫਿਰ ਜਨਮ ਤੇ ਮੌਤ ਦਾ ਜਿਹੜਾ ਸਹਿਕਾ ਸੰਸਾ ਸੀ, ਉਹ ਸਦਾ ਦੇ ਵਾਸਤੇ ਖਤਮ ਹੋ ਗਿਆ। ਚਰਨ ਪਖਾਰ ਕਰੋ ਗੁਰ ਸੇਵਾ, ਬਾਹਰ ਜਾਉ ਲੱਖ ਬਰੀਆ। ਮੈਂ ਗੁਰੂ ਦੇ ਚਰਨ ਧੋ ਕੇ ਗੁਰੂ ਦੀ ਸੇਵਾ ਕਰਦਾ ਹਾਂ। ਮੈਂ ਗੁਰੂ ਤੋਂ ਲੱਖਾਂ ਵਾਰੀ ਕੁਰਬਾਨ ਜਾਂਦਾ ਹਾਂ, ਲੱਖ ਬਰੀਆ, ਲੱਖਾਂ ਵਾਰੀ। ਜਿਹ ਪ੍ਰਸਾਦ ਇਹੋ ਭਉ ਜਲ ਤਰਿਆ, ਜਨ ਨਾਨਕ ਪ੍ਰਿਯ ਸੰਗ ਮਿਰਿਆ। ਕਹਿੰਦੇ ਜਿਨ੍ਹਾਂ ਦੀ ਦਇਆ ਦੁਆਰਾ ਨਾਨਕ ਨੇ ਇਹ ਭਿਆਨਕ ਸੰਸਾਰ ਸਮੁੰਦਰ ਪਾਰ ਕਰ ਲਿਆ ਹੈ, ਉਹ ਆਪਣੇ ਪਿਆਰੇ ਨਾਲ ਜੁੜ ਗਿਆ ਹੈ। ਜਿਹ ਪ੍ਰਸਾਦ ਜੀ ਦੀ ਕਿਰਪਾ ਨਾਲ ਇਹ ਭਉ ਜਲ ਤਰਿਆ ਹੈ, ਜਨ ਨਾਨਕ ਪ੍ਰਿਯ ਸੰਗ ਮਿਰਿਆ, ਉਸ ਪਿਆਰੇ ਸੰਗ ਮਿਲਾਪ ਹੋ ਗਿਆ ਹੈ। ਇਹ ਜਿਹੜਾ ਸ਼ਬਦ ਹੈ ਨਾ ਅਖੀਰਲਾ, ਇਹਨੂੰ ਪੜ੍ਹਨਾ ਹੈ ਮਿਰਿਆ। ਮੰਮੇ ਨੂੰ ਵੀ ਸਿਹਾਰੀਏ, ਵੇਖੋ ਧਿਆਨ ਨਾਲ, ਮੰਮੇ ਨੂੰ ਸਿਹਾਰੀਏ ਤੇ ਰਾਰੇ ਨੂੰ ਜੋ ਹੈ ਉਹ ਬਿਹਾਰੀ ਹੈ। ਇਹਨੂੰ ਪੜ੍ਹਿਆ ਜਾਏਗਾ ਮਿਰਿਆ। ਅਰਥ ਇਹਦਾ ਹੈ ਸਾਧ ਸੰਗਤ ਦੇ ਨਾਲ ਮਿਲਿਆ ਜਾਣਾ, ਜਿਹਨੂੰ ਮੇਲਾ ਅਸੀਂ ਕਹਿ ਦਿੰਦੇ ਹਾਂ। ਗੌੜੀ ਮਹੱਲਾ ਪੰਜਵਾ। ਤੁਝ ਬਿਨ ਕਵਣ ਰਿਝਾਵੈ ਤੋਹੀ, ਤੇਰੋ ਰੂਪ ਸਗਲ ਦੇਖ ਮੋਹੀ। ਰਹਾਉ ਸੁਰਗ ਪਇਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੈ ਓਹੀ। ਸਿਵ ਸਿਵ ਕਰਤ ਸਗਲ ਕਰ ਜੋਰਹਿ, ਸਰਬ ਮਾਇਆ ਠਾਕੁਰ ਤੇਰੀ ਦੋਹੀ। ਪਤਿਤ ਪਾਵਨ ਠਾਕੁਰ ਨਾਮ ਤੁਮਰਾ, ਪਤਿਤ ਪਾਵਨ ਠਾਕੁਰ ਨਾਮ ਤੁਮਰਾ। ਸੁਖਦਾਈ ਨਿਰਮਲ ਸੀਤ ਲੋਹੀ, ਗਿਆਨ ਧਿਆਨ ਨਾਨਕ ਵਡਿਆਈ। ਸੰਤ ਤੇਰੇ ਸਿਉ ਗਾਲ ਗਲੋਹੀ। ਗੌੜੀ ਮਹੱਲਾ ਪੰਜਵਾ। ਗੌੜੀ ਫਿਰ ਬੇਨਤੀ ਕਰਾਂ, ਰਾਗ ਦਾ ਨਾਮ ਹੈ। ਮਹੱਲੇ ਪੰਜਵੇਂ ਦਾ ਭਾਵ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਕਹਿੰਦੇ, ਤੁਝ ਬਿਨ ਕਵਣ ਰਿਝਾਵੈ ਤੋਹੀ। ਤੇਰੀ ਕਿਰਪਾ ਤੋਂ ਬਿਨਾਂ ਸੱਚੇ ਪਾਤਸ਼ਾਹ ਕੌਣ ਹੈ ਜਿਹੜਾ ਤੈਨੂੰ ਰਿਝਾ ਸਕਦਾ ਹੈ? ਕੌਣ ਹੈ ਜਿਹੜਾ ਤੈਨੂੰ ਖੁਸ਼ ਕਰ ਸਕਦਾ ਹੈ? ਕੌਣ ਹੈ ਤੇਰੇ ਤੋਂ ਬਿਨਾਂ? ਤੇਰੋ ਰੂਪ ਸਗਲ ਦੇਖ ਮੋਹੀ। ਤੇਰਾ ਸੁਹੱਪਣ ਤੱਕ ਕੇ ਹਰ ਕੋਈ ਤੇਰੇ ਤੇ ਮੋਹਿਤ ਹੋਇਆ ਪਿਆ ਹੈ ਪਾਤਸ਼ਾਹ। ਰਹਾਉ ਪਰਮਾਤਮਾ ਨੂੰ ਸੰਬੋਧਨ ਕਰਕੇ ਕਹਿ ਰਹੇ ਨੇ, ਸੁਰਗ ਪਇਆਲ ਮਿਰਤ ਭੂ ਮੰਡਲ, ਸਰਬ ਸਮਾਨੋ ਏਕੈ ਓਹੀ। ਸੁਰਗ, ਸਵਰਗ, ਪਇਆਲ ਦਾ ਅਰਥ ਹੈ ਪਤਾਲ, ਮਿਰਤ, ਮਿਰਤ ਦਾ ਅਰਥ ਹੈ ਮਾਤ ਲੋਕ, ਮਾਤ ਲੋਕ ਜਿੱਥੇ ਅਸੀਂ ਰਹਿੰਦੇ ਹਾਂ। ਭੂ ਮੰਡਲ, ਭੂਮੀ ਦੇ ਜਿੰਨੇ ਵੀ ਮੰਡਲ ਹਨ, ਧਰਤੀਆਂ ਦੇ ਜਿੰਨੇ ਵੀ ਚੱਕਰ ਨੇ, ਸਭ ਵਿੱਚ ਸਰਬ ਸਮਾਨੋ ਏਕੈ ਓਹੀ। ਕਿ ਸੱਚੇ ਪਾਤਸ਼ਾਹ ਸੁਰਗ ਲੋਕ, ਪਤਾਲ ਲੋਕ, ਮਾਤ ਲੋਕ, ਸਾਰਾ ਬ੍ਰਹਮੰਡ, ਸਾਰਿਆਂ ਦੇ ਵਿੱਚ ਇੱਕ ਤੂੰ ਹੀ ਸਮਾਇਆ। ਸਰਬ ਸਮਾਨੋ ਏਕੈ ਉਹੀ, ਸਾਰਿਆਂ ਦੇ ਵਿੱਚ ਇੱਕ ਉਹੀ ਸਮਾਇਆ ਹੈ। ਫਿਰ ਕਹਿੰਦੇ ਸ਼ਿਵ ਸ਼ਿਵ ਕਰਤ ਸਗਲ ਕਰ ਜੋਰ ਹੈ। ਸ਼ਿਵ ਦਾ ਅਰਥ ਹੈ ਕਲਿਆਣ ਸਰੂਪ। ਸਾਰੇ ਹੱਥ ਜੋੜ ਕੇ ਸ਼ਿਵ ਸ਼ਿਵ ਕਰਦੇ ਪਏ ਨੇ। ਸਰਬ ਮਾਇਆ ਠਾਕੁਰ ਤੇਰੀ ਦੋਹੀ। ਤੇ ਸੱਚੇ ਪਾਤਸ਼ਾਹ ਸਰਬ ਮਾਇਆ ਤੇ ਤੇਰੀ ਸਹਾਇਤਾ ਲਈ ਸਾਰੇ ਤੈਨੂੰ ਪੁਕਾਰਦੇ ਪਏ ਨੇ। ਸਰਬ ਮਾਇਆ ਠਾਕੁਰ ਤੇਰੀ ਦੋਹੀ। ਦੋਹੀ ਦੁਹਾਈ, ਸਹਾਇਤਾ ਵਾਸਤੇ ਪੁਕਾਰ, ਜਿਹਨੂੰ ਅਸੀਂ ਕਹਿੰਦੇ ਹਾਂ। ਸਭ ਤੇਰੇ ਅੱਗੇ ਪਾਤਸ਼ਾਹ ਪੁਕਾਰ ਕਰਦੇ ਨੇ। ਪਤਿਤ ਪਾਵਨ ਠਾਕੁਰ ਨਾਮ ਤੁਮਰਾ। ਇੱਥੇ ਕਈ ਵਾਰੀ ਅਸੀਂ ਜਲਦੀ ਵਿੱਚ ਨਾਮ ਸ਼ਬਦ ਪੜ੍ਹ ਜਾਂਦੇ ਹਾਂ, ਤੁਮਾਰਾ। ਸਰਬ ਪਾਵਨ ਠਾਕੁਰ ਨਾਮ ਤੁਮਰਾ ਸ਼ਬਦ ਹੈ, ਅਰਥ ਉਹੀ ਰਹਿਣਗੇ, ਤੁਮਰਾ ਹੋਵੇ ਭਾਵੇਂ ਤੁਮਾਰਾ ਹੋਵੇ। ਸੁਖਦਾਈ ਨਿਰਮਲ ਸੀਤ ਲੋਹੀ। ਸੱਚੇ ਪਾਤਸ਼ਾਹ ਤੂੰ ਪਤਿਤ ਪਾਵਨ ਹੈ ਠਾਕੁਰ, ਨਾਮ ਤੇਰਾ ਸੁਖ ਦੇਣ ਵਾਲਾ, ਸੁਖਦਾਈ ਹੈ, ਨਿਰਮਲ ਹੈ, ਸ਼ੀਤ ਲੋਹੀ ਹੈ, ਸ਼ੀਤਲਤਾ ਦੇਣ ਵਾਲਾ ਹੈ। ਗਿਆਨ ਧਿਆਨ ਨਾਨਕ ਵਡਿਆਈ, ਸੰਤ ਤੇਰੇ ਸਿਉ ਗਾਲ ਗਲੋਹੀ। ਗਾਲ ਗਲੋਹੀ ਦਾ ਅਰਥ ਹੈ ਗੱਲਾਂ ਬਾਤਾਂ।
ਕਹਿੰਦੇ ਨਾਨਕ ਆਖਦਾ ਹੈ ਕਿ ਤੇਰੇ ਸੰਤ ਜਨਾਂ ਨਾਲ ਤੇਰੀ ਸਿਫਤ ਸਲਾਹ ਦੀਆਂ ਗੱਲਾਂ ਹੀ ਤੇਰੇ ਸੇਵਕਾਂ ਵਾਸਤੇ ਗਿਆਨ ਚਰਚਾ ਹੈ ਤੇ ਸਮਾਧੀਆਂ ਹਨ। ਇਹੀ ਲੋਕ ਪ੍ਰਲੋਕ ਵਿੱਚ ਖੈਰ ਇੱਜ਼ਤ ਮਿਲਦੀ ਹੈ। ਗਿਆਨ ਧਿਆਨ ਨਾਨਕ ਵਡਿਆਈ ਸੰਤ ਤੇਰੇ ਸਿਓ ਗਾਲ ਗਲੋਹੀ। ਅਗਲਾ ਸ਼ਬਦ ਕਹਿੰਦੇ ਗੌੜੀ ਮਹੱਲਾ ਪੰਜਵਾ। ਮਿਲਹੁ ਪਿਆਰੇ ਜੀਆ ਪ੍ਰਭ ਕੀਆ ਤੁਮਾਰਾ ਥੀਆ ਰਹਾਉ। ਅਨਿਕ ਜਨਮ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁਖ ਪਾਇਆ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ ਦੇਹੋ ਦਰਸ ਹਰ ਰਾਇਆ। ਸੋਈ ਹੋਵਾ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ। ਤੁਮਰੈ ਭਾਣੈ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ। ਬਿਨਉ ਸੁਨਹੁ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਇਆਲਾ। ਰਾਖ ਲਿਓ ਪਿਤਾ ਪ੍ਰਭ ਮੇਰੇ ਅਨਾਥ ਕਰ ਪ੍ਰਤਪਾਲਾ। ਜਿਸਨੋ ਤੁਮਹੇ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਂਛੈ। ਗੌੜੀ ਮਹੱਲਾ ਪੰਜਵਾ। ਮਿਲਹੁ ਪਿਆਰੇ ਜੀਆ। ਪਿਆਰੇ ਜੀਆ ਦਾ ਅਰਥ ਹੈ ਸਾਰਿਆਂ ਜੀਵਾਂ ਨਾਲ ਪਿਆਰ ਕਰਨ ਵਾਲੇ ਸੱਚੇ ਪਾਤਸ਼ਾਹ ਮੈਨੂੰ ਵੀ ਮਿਲ, ਮੈਨੂੰ ਵੀ ਆਪਣੇ ਦੀਦਾਰ ਬਖਸ਼। ਪ੍ਰਭ ਕੀਆ ਤੁਮਾਰਾ ਥੀਆ। ਸੱਚੇ ਪਾਤਸ਼ਾਹ ਇਹ ਜੋ ਕੁਝ ਵੀ ਜਗਤ ਵਿੱਚ ਹੋਇਆ ਹੈ ਸਭ ਤੇਰਾ ਹੀ ਕੀਤਾ ਹੈ ਤੇ ਜੋ ਤੂੰ ਕਰਦਾ ਹੈ ਉਹੀ ਕੁਝ ਹੁੰਦਾ ਹੈ। ਕਹਿੰਦੇ ਅਨੇਕ ਬਾਰ ਬਹੁ ਜੋਨੀ ਭ੍ਰਮਿਆ ਬਹੁਰ ਬਹੁਰ ਦੁੱਖ ਪਾਇਆ। ਵੇਖੋ ਬੱਬਾ ਹਾਹੇ ਨੂੰ ਔਂਕੜੇ ਨੂੰ ਬਹੁਰ ਪੜਨਾ ਹੈ। ਬਹੁਰ ਇਹਨੂੰ ਬਾਹਰ ਕਈ ਵਾਰੀ ਕਾਲੀ ਕਾਲੀ ਬਣ ਜਾਂਦੇ ਅਸਲ ਵਿੱਚ ਸ਼ਬਦ ਹੀ ਬਹੁਰ ਹੈ। ਵਾਰ ਵਾਰ ਜਿਹਨੂੰ ਕਹਿੰਦੇ ਆ ਅਨੇਕ ਜਨਮ ਬਹੁ ਜੋਨੀ ਭ੍ਰਮਿਆ। ਸੱਚੇ ਪਾਤਸ਼ਾਹ ਮੈਂ ਅਨੇਕਾਂ ਜਨਮ ਬੜੀਆਂ ਜੂਨੀਆਂ ਵਿੱਚ ਭਰਮਿਆ ਹਾਂ ਬਹੁਰ ਬਹੁਰ ਦੁੱਖ ਪਾਇਆ ਤੇ ਵਾਰ ਵਾਰ ਇਹਨਾਂ ਜੂਨਾਂ ਵਿੱਚ ਭਟਕਦਿਆਂ ਮੈਂ ਬਹੁਤ ਦੁੱਖ ਪਾਇਆ ਹੈ ਪਾਤਸ਼ਾਹ। ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ ਹੈ। ਤੇਰੀ ਕਿਰਪਾ ਨਾਲ ਉਹ ਸਾਰੀਆਂ ਜੂਨਾਂ ਤੋਂ ਬਾਅਦ ਹੁਣ ਮੈਨੂੰ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਹੈ। ਦੇਹੋ ਦਰਸ ਹਰ ਰਾਇਆ। ਕਿਰਪਾ ਕਰ ਪਾਤਸ਼ਾਹ ਤੇਰੀ ਕਿਰਪਾ ਨਾਲ ਇਹ ਮਨੁੱਖਾ ਜਨਮ ਮਿਲਿਆ। ਹੁਣ ਹਰ ਰਾਏ ਪ੍ਰਮਾਤਮਾ ਮੈਨੂੰ ਆਪਣੇ ਦੀਦਾਰ ਦਰਸ਼ਨ ਬਖਸ਼। ਸੋਈ ਹੋਵਾ ਜੋ ਤਿਸ ਭਾਣਾ ਅਵਰ ਨ ਕਿਨਹੀ ਕੀਤਾ। ਜਗਤ ਵਿੱਚ ਉਹੀ ਕੁਝ ਹੁੰਦਾ ਏ ਜੋ ਪ੍ਰਮਾਤਮਾ ਨੂੰ ਭਾਉਂਦਾ ਹੈ, ਪਸੰਦ ਆਉਂਦਾ ਹੈ। ਕੋਈ ਹੋਰ ਜੀਵ ਜਿਹੜਾ ਉਹਦੀ ਰਜਾ ਦੇ ਉਲਟ ਕੁਝ ਨਹੀਂ ਕਰ ਸਕਦਾ। ਅਵਰ ਨ ਕਿਨਹੀ ਕੀਤਾ ਕੋਈ ਨਹੀਂ ਕਰ ਸਕਦਾ। ਤੁਮਰੈ ਭਾਣੈ ਭਰਮ ਮੋਹਿ ਮੋਹਿਆ ਜਾਗਤ ਨਾਹੀ ਸੂਤਾ। ਤੇਰੀ ਰਜ਼ਾ ਦੇ ਵਿੱਚ ਤੇਰੇ ਭਾਣੇ ਦੇ ਅੰਦਰ ਹੀ ਵਾਹਿਗੁਰੂ ਤੇਰੀ ਰਜ਼ਾ ਅੰਦਰ ਸੰਸਾਰੀ ਲਗਨ ਦੀ ਗਲਤ ਫਹਿਮੀ ਦਾ ਬਹਿਕਾਇਆ ਹੋਇਆ ਪ੍ਰਾਣੀ ਸੁੱਤਾ ਪਿਆ ਹੈ ਤੇ ਜਾਗਦਾ ਨਹੀਂ ਹੈ। ਤੁਮਰੈ ਭਾਣੈ ਭਰਮ ਮੋਹਿ ਮੋਹਿਆ। ਤੇਰੇ ਭਾਣੇ ਦੇ ਅੰਦਰ ਹੀ ਇਹ ਜੀਵ ਭਰਮ ਵਿੱਚ ਮੋਹ ਵਿੱਚ ਮੋਇਆ ਪਿਆ ਹੈ। ਜਾਗਤ ਨਾਹੀ ਜਾਗਦਾ ਨਹੀਂ ਸੂਤਾ ਇਹ ਸੁੱਤਾ ਹੀ ਰਹਿੰਦਾ ਇਸ ਭਰਮ ਦੇ ਵਿੱਚ ਮੋਹ ਦੇ ਵਿੱਚ। ਬਿਨਉ ਸੁਨਹੁ ਤੁਮ ਪ੍ਰਾਨ ਪਤ ਪਿਆਰੇ ਕਿਰਪਾ ਨਿਧ ਦਇਆਲਾ। ਇਹ ਕਿਰਪਾ ਦੇ ਨਿਧ, ਨਿਧ ਦਾ ਅਰਥ ਖਜ਼ਾਨੇ। ਇਹ ਦਇਆ ਦੇ ਘਰ ਦਇਆਲਾ ਪਾਤਸ਼ਾਹ ਪ੍ਰਾਨਪਤ ਪ੍ਰਾਨਾਂ ਦੇ ਪਿਆਰੇ ਬਿਨੋ ਸੁਣੋ ਕਿਰਪਾ ਕਰ ਇੱਕ ਮੇਰੀ ਬੇਨਤੀ ਵੀ ਸੁਣ, ਇੱਕ ਮੇਰੀ ਅਰਜ਼ ਮੇਰੀ ਫਰਿਆਦ ਵੀ ਸੁਣ। ਕਿਹੜੀ? ਰਾਖ ਲਿਹੋ ਵਾਹਿਗੁਰੂ ਰਾਖ ਲਿਹੋ ਪਿਤਾ ਪ੍ਰਭ ਮੇਰੇ ਅਨਾਥਾਂ ਕਰ ਪ੍ਰਤਪਾਲਾ। ਹੇ ਮੇਰੇ ਪਿਤਾ ਪ੍ਰਭੂ ਅਨਾਥ ਜੀਵਾਂ ਦੀ ਪਾਲਣਾ ਕਰ, ਇਹਨਾਂ ਨੂੰ ਵਿਕਾਰਾਂ ਦੇ ਹੱਲਿਆਂ ਤੋਂ ਬਚਾ ਲੈ। ਜਿਸਨੋ ਤੁਮਹੇ ਦਿਖਾਇਓ ਦਰਸ਼ਨ ਸਾਧ ਸੰਗਤ ਕੈ ਪਾਛੈ। ਪਾਛੈ ਦਾ ਅਰਥ ਹੈ ਪਿੱਛੇ ਨਹੀਂ, ਪਾਛੈ ਦਾ ਅਰਥ ਹੈ ਆਸਰੇ। ਕਹਿੰਦੇ ਜਿਹਦੇ ਉੱਤੇ ਉਹਨੇ ਕਿਰਪਾ ਕੀਤੀ, ਰਹਿਮਤ ਕੀਤੀ, ਵਾਹਿਗੁਰੂ ਜਿਹਨੂੰ ਉਹਨੇ ਸਾਧ ਸੰਗਤ ਦੇ ਆਸਰੇ ਲਾਇਆ, ਸਾਧ ਸੰਗਤ ਦੇ ਲੜ ਲਾਇਆ ਤੇ ਜਿਹਨੂੰ ਉਹਨੇ ਆਪਣਾ ਦਰਸ਼ਨ ਜਿਹੜਾ ਉਹ ਦਿੱਤਾ, ਉਹ ਬਖਸ਼ ਦਿੱਤਾ। ਕਰ ਕਿਰਪਾ ਧੂਰ ਦੇਹੋ ਸੰਤਨ ਕੀ ਸੁਖ ਨਾਨਕ ਇਹੋ ਬਾਛੈ। ਕਹਿੰਦੇ ਤੇਰਾ ਦਾਸ ਨਾਨਕ ਵੀ ਇਹ ਸੁੱਖ ਚਾਹੁੰਦਾ ਹੈ। ਕਿਹੜਾ ਸੁੱਖ? ਕਿ ਕਰ ਕਿਰਪਾ ਧੂਰ ਦੇਹੋ ਸੰਤਨ ਕੀ। ਕਿਰਪਾ ਕਰ ਮੈਨੂੰ ਵੀ ਆਪਣੇ ਸੰਤ ਜਨ ਜਿਹੜੇ ਨੇ, ਪਿਆਰੇ ਜਨ ਜਿਹੜੇ ਨੇ, ਉਹਨਾਂ ਦੇ ਚਰਨਾਂ ਦੀ ਧੂੜ ਬਖਸ਼ ਦੇ। ਗੌੜੀ ਮਹੱਲਾ ਪੰਜਵਾ। ਹਉ ਤਾਕੈ ਬਲਿਹਾਰੀ
जाकै केवल नाम आधारी रहाओ। महिमा ताकी के तक गनिय, जन पार ब्रह्म रंग राते। सूख सहज आनंद तिना संग, उन समसर अवर न दाते। जगत उदाहरण से आए, जो जन दर्श प्यासा। उनकी शरण परै सो तरया, संत संग पूरन आसा। ताकै चरण भरौ तां जीवा, जन कै संग निहाला। भगतन की रेन होए मन मेरा, हो प्रभु कृपाला। राज जोबन अवध जो दिसै, सब किछ जुग मह घाटिया। नाम निधान सदा नव तन निर्मल, ਇਹੋ ਨਾਨਕ ਹਰ ਧਨ ਖਾਟਿਆ। ਗੌੜੀ ਮਹੱਲਾ ਪੰਜਵਾਂ। ਹਉ ਤਾਕੈ ਬਲਿਹਾਰੀ, ਕਹਿੰਦੇ ਮੈਂ ਉਹਦੇ ਤੇ ਬਲਿਹਾਰੇ ਹਾਂ, ਸਦਕੇ ਹਾਂ। ਕਿਹਦੇ ਤੇ? ਜਾ ਕੇ ਕੇਵਲ ਨਾਮ ਆਧਾਰੀ। ਹਉ ਤਾਕੈ ਬਲਿਹਾਰੀ, ਕਿਹਨਾਂ ਤੇ ਬਲਿਹਾਰ? ਜਾ ਕੇ ਕੇਵਲ ਨਾਮ ਆਧਾਰੀ, ਜਿਨ੍ਹਾਂ ਨੇ ਆਪਣੇ ਵਾਹਿਗੁਰੂ ਆਪਣੇ ਮਨ ਵਿੱਚ ਕੇਵਲ ਨਾਮ ਨੂੰ ਹੀ ਆਧਾਰ ਬਣਾਇਆ, ਨਾਮ ਨੂੰ ਹੀ ਆਸਰਾ ਬਣਾਇਆ ਹੈ। ਮਹਿਮਾ ਤਾਕੀ ਕੇ ਤਕ ਗਣੀਐ, ਜਨ ਪਾਰ ਬ੍ਰਹਮ ਰੰਗ ਰਾਤੇ। ਜਿਹੜੇ ਪ੍ਰਮਾਤਮਾ ਦੇ ਪਿਆਰ ਵਿੱਚ, ਉਹਦੇ ਰੰਗ ਵਿੱਚ ਰੰਗੇ ਗਏ, ਕਹਿੰਦੇ ਉਹਨਾਂ ਦੀ ਮਹਿਮਾ ਕੀ ਬਿਆਨ ਕੀਤੀ ਜਾ ਸਕਦੀ, ਕੀ ਗਿਣਤੀ ਮਿਣਤੀ ਭਾਵ ਨਹੀਂ ਕੀਤੀ ਜਾ ਸਕਦੀ। ਸੂਖ ਸਹਿਜ ਆਨੰਦ ਤਿਨਾ ਸੰਗ, ਉਨ ਸਮਸਰ ਅਵਰ ਨਾ ਦਾਤੇ। ਸੁਖ ਸਹਿਜ ਆਨੰਦ ਤਿਨਾ ਸੰਗ, ਉਹਨਾਂ ਦੀ ਸੰਗਤ ਵਿੱਚ ਰਿਹਾ ਆਤਮਕ ਅਡੋਲਤਾ ਦੇ ਸੁਖ ਤੇ ਆਨੰਦ ਸਹਿਜ ਮਿਲਦਾ ਹੈ। ਉਨ ਸਮਸਰ ਅਵਰ ਨਾ ਦਾਤੇ, ਉਹਨਾਂ ਦੇ ਬਰਾਬਰ ਦੇ ਹੋਰ ਕੋਈ ਦਾਨੀ ਨਹੀਂ ਹੋ ਸਕਦੇ। ਜਗਤ ਉਦਾਹਰਣ ਸੇ ਆਏ, ਜੋ ਜਨ ਦਰਸ ਪਿਆਸਾ। ਜਿਨ੍ਹਾਂ ਨੂੰ ਆਪ ਪ੍ਰਮਾਤਮਾ ਦੀ ਤਾਂਘ ਲੱਗੀ ਰਹੇ, ਜਿਨ੍ਹਾਂ ਨੂੰ ਦਰਸ਼ਨਾਂ ਦੀ ਪਿਆਸ ਹੈ, ਉਹੀ ਜਗਤ ਦੇ ਜੀਵਾਂ ਨੂੰ ਵਿਕਾਰਾਂ ਤੋਂ ਬਚਾਉਣ ਆਏ। ਸਮਝੋ ਉਹੀ ਜਗਤ ਉਦਾਹਰਣ ਸੇ ਹੀ ਆਏ ਨੇ। ਕੌਣ? ਜੋ ਜਨ ਦਰਸ ਪਿਆਸਾ, ਜਿਨ੍ਹਾਂ ਦੇ ਅੰਦਰ ਦਰਸ਼ਨਾਂ ਦੀ ਪਿਆਸ ਹੈ। ਉਨਕੀ ਸ਼ਰਨ ਪਰੈ ਸੋ ਤਰਿਆ, ਸੰਤ ਸੰਗ ਪੂਰਨ ਆਸਾ। ਉਹਨਾਂ ਦੀ ਸ਼ਰਨ ਜਿਹੜਾ ਮਨੁੱਖ ਪੈ ਜਾਂਦਾ ਹੈ ਨਾ, ਸਮਝ ਲਓ ਉਹ ਤਰਿਆ ਹੈ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਜਾਂਦਾ ਹੈ। ਤੇ ਨਾਲ ਹੀ ਸੱਚੇ ਪਾਤਸ਼ਾਹ ਕਹਿੰਦੇ ਸੰਤ ਸੰਗ ਪੂਰਨ ਆਸਾ, ਸੰਤ ਜਨਾਂ ਦੀ ਸੰਗਤ ਵਿੱਚ ਹੀ ਸਾਰੀਆਂ ਜਿਹੜੀਆਂ ਮਨ ਦੀਆਂ ਆਸਾਂ ਨੇ, ਕਹਿੰਦੇ ਉਹ ਵੀ ਪੂਰੀਆਂ ਹੋ ਜਾਂਦੀਆਂ ਨੇ। ਤਾਕੈ ਚਰਨ ਭਰਉ ਤਾਂ ਜੀਵਾ, ਜਨ ਕੈ ਸੰਗ ਨਿਹਾਲਾ। ਕਹਿੰਦੇ ਤਾਕੈ ਚਰਨ ਭਰਉ ਤਾਂ ਜੀਵਾ, ਅਸਲ ਵਿੱਚ ਉਹਨਾਂ ਦੇ ਚਰਨ ਪਿਆ ਹੀ, ਉਹਨਾਂ ਦੇ ਚਰਨਾਂ ਵਿੱਚ ਡਿੱਗਿਆ ਹੀ, ਉਹਨਾਂ ਦਾ ਆਸਰਾ ਲਿਆ ਹੀ, ਕਹਿੰਦੇ ਅਸਲ ਵਿੱਚ ਜੀਵਨ ਹੈ, ਮੇਰੀ ਜ਼ਿੰਦਗੀ ਹੈ। ਜਨ ਕੈ ਸੰਗ ਨਿਹਾਲਾ, ਤੇ ਉਹਨਾਂ ਦੀ ਸੰਗਤ ਦੇ ਵਿੱਚ ਹੀ ਮੈਂ ਨਿਹਾਲ ਹੁੰਦਾ, ਮੈਨੂੰ ਅਸਲ ਜਿਹੜਾ ਅਧਿਆਤਮਕ ਆਨੰਦ ਹੈ ਉਹ ਮਿਲਦਾ ਹੈ। ਭਗਤਨ ਕੀ ਰੇਨ ਹੋਏ ਮਨ ਮੇਰਾ, ਹੋ ਪ੍ਰਭੂ ਕਿਰਪਾਲਾ। ਭਗਤਨ ਕੀ ਰੇਨ ਹੋਏ ਮਨ ਮੇਰਾ, ਹੇ ਪ੍ਰਭੂ ਮੇਰੇ ਤੇ ਕਿਰਪਾ ਕਰ। ਉਹ ਪ੍ਰਭੂ ਕਿਰਪਾਲਾ, ਕਿਰਪਾ ਕਰ ਮੇਰੇ ਤੇ, ਕਿ ਮੇਰਾ ਮਨ ਤੇਰੇ ਸੰਤ ਜਨਾਂ ਦੀ ਧੂੜ ਬਣਿਆ ਰਹੇ। ਭਗਤਨ ਕੀ ਰੇਨ ਹੋਏ ਮਨ ਮੇਰਾ। ਰਾਜ ਜੋਬਨ ਅਵਧ ਜੋ ਦੀਸੈ। ਅਵਧ ਦਾ ਅਰਥ ਹੈ ਔਧ। ਅਸੀਂ ਕੱਲ ਪੜ੍ਹਿਆ ਨਾ, ਔਧ ਘਟੈ ਦਿਨ ਸਰੈ ਨਾਰੇ। ਦਿਨ ਰਾਤ ਜਿਹੜੀ ਔਧ ਹੈ, ਉਮਰ ਹੈ, ਘਟਦੀ ਜਾਂਦੀ। ਇੱਥੇ ਉਹੀ ਔਧ ਸ਼ਬਦ ਜਿਹੜਾ ਹੈ ਉਹ ਅਵਧ ਲਿਖ ਕੇ ਗੁਰੂ ਸਾਹਿਬ ਨੇ ਕੀਤਾ। ਉੱਥੇ ਐੜੇ ਦੇ ਨਾਲ ਊੜਾ ਸੀ, ਇੱਥੇ ਐੜੇ ਦੇ ਨਾਲ ਵਾਵਾ ਹੈ। ਅਰਥ ਜਿਹੜੇ ਨੇ ਉਹ ਇੱਕੋ ਹੀ ਬਣ ਗਏ। ਰਾਜ ਜੋਬਨ ਅਵਧ ਜੋ ਦੀਸੈ, ਸਭ ਕਿਛ ਜੁਗ ਮਹਿ ਘਾਟਿਆ। ਕਹਿੰਦੇ ਪਾਤਸ਼ਾਹੀ, ਜਵਾਨੀ ਤੇ ਆਰਬਲਾ ਉਮਰ, ਜਿਹੜੀ ਕੁਛ ਵੀ ਜਹਾਨ ਵਿੱਚ, ਜੋ ਕੁਝ ਵੀ ਜਹਾਨ ਵਿੱਚ ਦਿਸਦਾ ਹੈ ਨਾ, ਉਹ ਸਭ ਕੁਝ ਘਟਦਾ ਹੀ ਜਾ ਰਿਹਾ ਹੈ। ਚਾਹੇ ਉਹ ਰਾਜ ਹੈ, ਸੱਤਾ ਹੈ, ਚਾਹੇ ਜੋਬਨ ਜਵਾਨੀ ਹੈ, ਕਹਿਣ ਦਾ ਭਾਵ ਜੋ ਕੁਝ ਵੀ ਉਹ ਸਾਡਾ ਘਟਦਾ ਹੀ ਜਾ ਰਿਹਾ ਹੈ, ਖਤਮ ਹੁੰਦਾ ਜਾ ਰਿਹਾ ਹੈ। ਨਾਮ ਨਿਧਾਨ ਸਦ ਨਵ ਤਨ ਨਿਰਮਲ, ਇਹੋ ਨਾਨਕ ਹਰ ਧਨ ਖਾਟਿਆ। ਕਹਿੰਦੇ ਜਿਹੜਾ ਨਾਮ ਨਿਧਾਨ ਹੈ ਨਾ, ਪਰਮਾਤਮਾ ਦਾ ਨਾਮ ਇੱਕ ਇਹੋ ਜਿਹਾ ਖਜ਼ਾਨਾ ਹੈ, ਉਹ ਨਵਤਨ ਹੈ। ਨਵਤਨ ਸਦਾ ਨਵਾਂ ਰਹਿੰਦਾ ਹੈ, ਨਿਰਮਲ ਹੈ। ਉਹ ਆਪ ਹੀ ਪ੍ਰਮਾਤਮਾ ਦਾ ਨਾਮ ਆਪ ਵੀ ਨਿਰਮਲ ਹੈ ਤੇ ਜਪਣ ਵਾਲੇ ਨੂੰ ਵੀ ਨਿਰਮਲ ਕਰਦਾ। ਉਹ ਨਾਨਕ ਹਰ ਧਨ ਖਾਟਿਆ, ਕਹਿੰਦੇ ਸੱਚੇ ਪਾਤਸ਼ਾਹ ਤੇਰੇ ਦਾਸ ਨੇ, ਨਾਨਕ ਨੇ ਇਹ ਧਨ ਖੱਟਿਆ ਏ।
ਵੇਖੋ ਪਹਿਲੀ ਪੰਕਤੀ ਵਿੱਚ ਕਿਹਾ ਵੀ ਸਭ ਕੁਝ ਘਟਿਆ ਘਟਦਾ ਜਾਂਦਾ ਹੈ, ਕੁਛ ਵੀ ਹੈ ਜੋ, ਪਰ ਪ੍ਰਮਾਤਮਾ ਦੇ ਨਾਮ ਦਾ ਧਨ ਇਹੋ ਜਿਹਾ ਹੈ ਜਿਹੜਾ ਘਟਦਾ ਨਹੀਂ, ਉਹ ਵੱਧਦਾ ਹੀ ਜਾਂਦਾ ਹੈ। ਅਗਲਾ ਪਾਵਨ ਸ਼ਬਦ ਗੌੜੀ ਮਹੱਲਾ ਪੰਜਵਾ। ਜੋਗ ਜੁਗਤ ਸੁਨ ਆਇਓ ਗੁਰ ਤੇ, ਮੋਕਉ ਸਤਿਗੁਰ ਸ਼ਬਦ ਬੁਝਾਇਓ ਰਹਾਉ। ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਪੰਚ ਚੇਲੇ ਮਿਲ ਭਏ ਇਕਤਰਾ, ਏਕਸ ਕੈ ਵਸ ਕੀਏ। 10 ਬੈਰਾਗਨ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। ਭਰਮ ਜਰਾਏ ਚਰਾਈ ਵਿਭੂਤਾ, ਪੰਥ ਏਕ ਕਰ ਪੇਖਿਆ। ਸਹਿਜ ਸੂਖ ਸੋ ਕੀਨੀ ਭੁਗਤਾ, ਜੋ ਠਾਕੁਰ ਮਸਤਕ ਲੇਖਿਆ। ਜਹ ਭਉ ਨਾਹੀ ਤਹਾਂ ਆਸਨ ਬਾਂਧਿਓ, ਸਿੰਘੀ ਅਨਹਤ ਬਾਨੀ। ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਨੀ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪੱਗ ਚਾਟੈ। ਗੌੜੀ ਮਹੱਲਾ ਪੰਜਵਾ। ਜੋਗ ਜੁਗਤ ਸੁਨ ਆਇਓ ਗੁਰ ਤੇ। ਜੋਗ ਜੁਗਤ ਅਸਲ ਵਿੱਚ ਜਿਹੜੀ ਜੋਗ ਦੀ ਜੁਗਤੀ ਹੈ, ਜੋਗ ਦਾ ਤਰੀਕਾ, ਸੁਨ ਆਇਓ ਗੁਰ ਤੇ। ਕਹਿੰਦੇ ਮੈਂ ਗੁਰੂ ਪਾਸੋਂ ਅਸਲ ਜੋਗ ਦਾ ਜਿਹੜਾ ਤਰੀਕਾ ਉਹ ਸੁਣ ਕੇ ਆਇਆ ਹਾਂ। ਮੋਕਉ ਸਤਿਗੁਰ ਸ਼ਬਦ ਬੁਝਾਇਓ। ਤੇ ਗੁਰੂ ਨੇ ਕੀ ਕੀਤਾ, ਮੈਨੂੰ ਸਤਿਗੁਰੂ ਦੇ ਸ਼ਬਦ ਨੇ ਪਰਮਾਤਮਾ ਦੇ ਮਿਲਾਪ ਦੀ ਜਾਚ ਜਿਹੜੀ ਉਹ ਸਮਝਾ ਦਿੱਤੀ ਹੈ। ਵੇਖੋ ਜੋਗ ਜੁਗਤ ਕੀ ਹੈ। ਜੋਗੀ ਜੁਗਤੀ ਲਾ ਕੇ ਬੈਠਦੇ ਨੇ ਵੀ ਪਰਮਾਤਮਾ ਦਾ ਮਿਲਾਪ ਹੋ ਜਾਵੇ। ਤੇ ਇੱਥੇ ਕਹਿੰਦੇ ਮੈਨੂੰ ਅਸਲ ਜਿਹੜਾ ਜੋਗ ਜੁਗਤ ਹੈ ਉਹ ਗੁਰੂ ਨੇ ਦੱਸਿਆ। ਉਹ ਕੀ ਹੈ? ਮੋਕੋ ਸਤਿਗੁਰ ਸ਼ਬਦ ਬੁਝਾਇਆ। ਗੁਰੂ ਦਾ ਸ਼ਬਦ ਉਹਨੇ ਮੈਨੂੰ ਦਿੱਤਾ। ਅਸਲ ਮਿਲਾਪ ਗੁਰੂ ਦੇ ਸ਼ਬਦ ਦੀ ਰਾਹੀਂ ਹੋਏਗਾ। ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਨਿਮਖ ਨਿਮਖ ਨਮਸਕਾਰਾ। ਕਹਿੰਦੇ ਨਿਮਖ ਨਿਮਖ ਨਮਸਕਾਰਾ, ਮੈਂ ਪਲ ਪਲ ਉਸ ਪਰਮਾਤਮਾ ਨੂੰ ਨਮਸਕਾਰ ਕਰਦਾ ਰਹਿਣਾ। ਉਹ ਨੌ ਖੰਡ ਪ੍ਰਿਥਵੀ ਇਸ ਤਨ ਮਹਿ ਰਵਿਆ, ਜਿਹੜਾ ਇਸ ਮਨੁੱਖਾ ਸਰੀਰ ਦੇ ਵਿੱਚ ਮੌਜੂਦ ਹੈ। ਵੇਖੋ ਨੌ ਖੰਡ ਪ੍ਰਿਥਵੀ, ਉਹ ਪ੍ਰਮਾਤਮਾ ਜਿਹੜਾ ਨੌ ਖੰਡ ਪ੍ਰਿਥਵੀ ਦੇ ਵਿੱਚ ਵੀ ਹੈ, ਇਸ ਤਨ ਮਹਿ ਰਵਿਆ, ਜਿਹੜਾ ਇਸ ਮੇਰੇ ਤਨ ਦੇ ਅੰਦਰ ਵੀ ਰਮਿਆ ਹੈ। ਮੈਂ ਉਹਨੂੰ ਨਮਸਕਾਰ ਕਰਦਾ, ਹਰ ਵੇਲੇ ਕਰਦਾ ਹਾਂ। ਦੀਖਿਆ ਗੁਰ ਕੀ ਮੁੰਦਰਾ ਕਾਨੀ, ਦ੍ਰਿੜਿਓ ਏਕ ਨਿਰੰਕਾਰਾ। ਦੀਖਿਆ ਦਾ ਅਰਥ ਹੈ ਸਿੱਖਿਆ, ਉਪਦੇਸ਼। ਜੋਗੀ ਕੰਨ ਵਿੱਚ ਮੁੰਦਰਾ ਪਾਉਂਦੇ ਨੇ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਵੀ ਕਿਹਾ, ਆਪਾਂ ਪੜ੍ਹਦੇ ਹਾਂ, ਮੁੰਦਾ ਸੰਤੋਖ ਸਰਮਪਤ ਝੋਲੀ। ਕੱਚ ਦੀਆਂ ਮੁੰਦਰਾਂ ਪਹਿਲਾਂ ਪਾਉਂਦੇ ਹੁੰਦੇ ਸਨ। ਇੱਥੇ ਕਹਿੰਦੇ ਵੀ ਦੀਖਿਆ ਗੁਰ ਕੀ ਮੁੰਦਰਾ ਕਾਨੀ। ਅਸਲ ਵਿੱਚ ਜਿਹੜੀ ਗੁਰੂ ਦੀ ਦੀਖਿਆ, ਗੁਰੂ ਦੀ ਸਿੱਖਿਆ ਹੈ ਨਾ, ਉਹ ਕੰਨਾਂ ਵਿੱਚ ਮੁੰਦਰਾਂ ਹਨ ਮੇਰੇ ਲਈ। ਦ੍ਰਿੜਿਓ ਏਕ ਨਿਰੰਕਾਰਾ, ਤੇ ਮੈਂ ਆਪਣੇ ਹਿਰਦੇ ਦੇ ਅੰਦਰ ਸਦਾ ਉਸੇ ਇੱਕ ਓਂਕਾਰ ਵਾਹਿਗੁਰੂ ਪਰਮਾਤਮਾ ਨੂੰ ਦ੍ਰਿੜ ਕਰਦਾ। ਪੰਚ ਚੇਲੇ ਮਿਲ ਭਏ ਇਕੱਤਰਾ, ਪੰਜ ਚੇਲੇ, ਪੰਜ ਜਿਹੜੇ ਗਿਆਨ ਇੰਦਰੇ ਹਨ, ਏਕਸ ਕੈ ਵਸ ਕੀਏ। ਜਿਹੜੇ ਪੰਜ ਚੇਲੇ ਸਾਨੂੰ ਇਕੱਠੇ ਹੋ ਗਏ ਤੇ ਗੁਰੂ ਨੇ ਰਹਿਮਤ ਕੀਤੀ, ਭਟਕਣੋਂ ਹਟ ਗਏ ਤੇ ਇਹ ਇੱਕ ਉੱਚੀ ਸੁਰਤੀ ਦੇ, ਜਾਂ ਅਸੀਂ ਇਹ ਵੀ ਕਹਿ ਸਕਦੇ ਹਾਂ ਇੱਕ ਮਨ ਦੇ, ਇਹ ਪੰਜ ਇੰਦਰੇ ਜਿਹੜੇ ਨੇ ਅਧੀਨ ਹੋ ਗਏ, ਉਹਦੀ ਗੱਲ ਮੰਨਣ ਲੱਗ ਪਏ। 10 ਬੈਰਾਗਨ ਆਗਿਆਕਾਰੀ, ਤਬ ਨਿਰਮਲ ਜੋਗੀ ਥੀਏ। 10 ਬੈਰਾਗਨ ਦਾ ਅਰਥ ਹੈ ਵਿਕਾਰਾਂ ਵੱਲੋਂ ਉਪਰਾਮ ਹੋਈਆਂ ਜਿਹੜੀਆਂ ਇੰਦਰੀਆਂ ਹਨ। ਕਹਿੰਦੇ ਜਦ 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, ਇਹ ਟੋਟਲ ਹੋ ਗਏ 10। 5 ਗਿਆਨ ਇੰਦਰੇ ਤੇ 5 ਕਰਮ ਇੰਦਰੇ, 10 ਬੈਰਾਗਨ ਕੀ ਹੋ ਗਿਆ? ਉਹ ਆਗਿਆਕਾਰੀ, ਉਹ ਆਗਿਆ ਵਿੱਚ ਹੋ ਗਏ। ਤਬ ਨਿਰਮਲ ਜੋਗੀ ਥੀਏ, ਤਾਂ ਫਿਰ ਜਾ ਕੇ ਕਹਿੰਦੇ ਮੈਂ ਪਵਿੱਤਰ ਜੋਗੀ ਜਿਹੜਾ ਉਹ ਬਣ ਗਿਆ ਹਾਂ। ਭਰਮ ਜਰਾਏ ਚਰਾਈ ਵਿਭੂਤਾ, ਪੰਥ ਏਕ ਕਰ ਪੇਖਿਆ। ਪੰਚ ਵਾਹਿਗੁਰੂ ਭਰਮ ਜਰਾਏ, ਜਦੋਂ ਮੈਂ ਭਰਮ ਜਾਲ ਦਿੱਤਾ, ਸਾੜ ਦਿੱਤਾ। ਚਰਾਈ ਦਾ ਅਰਥ ਚੜਾ ਲੈਣੀ। ਕੀ? ਵਿਭੂਤਾ ਸੁਆਹ, ਵਿਭੂਤ ਸੁਆਹ ਨੂੰ ਕਹਿੰਦੇ ਨੇ।
ਅਸਲ ਵਿੱਚ ਮਨ ਦੀ ਭਟਕਣਾ ਨੂੰ ਸ਼ਾਂਤ ਕਰਨਾ ਹੀ ਅਸਲ ਵਿੱਚ ਸਵਾ ਹੈ ਜਿਹੜੀ ਪਿੰਡੇ ਤੇ ਮਲੀ ਹੈ। ਤੇ ਨਾਲ ਹੀ ਜੋ ਸੱਚੇ ਪਾਤਸ਼ਾਹ ਉਹ ਕਹਿੰਦੇ ਨੇ, ਕਹਿੰਦੇ ਮੈਂ ਇੱਕ ਪਰਮਾਤਮਾ ਨੂੰ ਸਾਰੇ ਸੰਸਾਰ ਵਿੱਚ ਵਿਆਪਕ ਦੇਖਦਾ ਹਾਂ। ਪੰਥ ਏਕ ਕਰ ਪੇਖਿਆ, ਸਹਿਜ ਸੂਖ ਕੀਨੋ ਵਾਹਿਗੁਰੂ। ਸਹਿਜ ਸੂਖ ਸੋ ਕੀਨੋ ਭੁਗਤਾ, ਜੋ ਠਾਕੁਰ ਮਸਤਕ ਲੇਖਿਆ। ਮੈਂ ਉਸ ਆਤਮਕ ਅਡੋਲਤਾ ਦੇ ਆਨੰਦ ਨੂੰ ਆਪਣੀ ਆਤਮਕ ਖੁਰਾਕ ਵਾਸਤੇ ਜੋਗੀਆਂ ਦੇ ਭੰਡਾਰੇ ਵਾਲਾ ਚੂਰਮਾ ਬਣਾਇਆ ਹੈ। ਸੂਖ ਸਹਿਜ ਸੁਖ ਕੀਨੀ ਭੁਗਤਾ, ਭੁਗਤਾ ਹੁੰਦਾ ਹੈ ਜਿਹੜਾ ਉਹ ਚੂਰਮਾ ਬਣਾਉਂਦੇ ਨੇ। ਜੋ ਠਾਕੁਰ ਮਸਤਕ ਲੇਖਿਆ, ਜਿਸ ਦੀ ਪ੍ਰਾਪਤੀ ਠਾਕੁਰ ਪ੍ਰਭੂ ਨੇ ਮੇਰੇ ਮੱਥੇ ਉੱਤੇ ਲਿਖ ਦਿੱਤੀ ਹੈ। ਫਿਰ ਕਹਿੰਦੇ ਜਹ ਭਉ ਨਾਹੀ ਤਹਾਂ ਆਸਨ ਬਾਂਧਿਓ, ਸਿੰਘੀ ਅਨਹਤ ਬਾਨੀ। ਜਹਾਂ ਭਉ ਨਾਹੀ, ਜਹਾਂ ਭਉ ਨਾਹੀ ਜਿੱਥੇ ਡਰ ਨਹੀਂ, ਤਹਾਂ ਆਸਨ ਬਾਂਧਿਓ। ਤੇ ਫਿਰ ਨਾਲ ਕਹਿੰਦੇ ਸਿੰਘੀ ਅਨਹਤ, ਸਿੰਘੀ ਵੀ ਆਉਂਦੇ ਨੇ ਨਾ, ਉਹ ਜੋਗੀ ਸਿੰਘੀ ਹੁੰਦੀ ਉਹਨਾਂ ਕੋਲ ਇੱਕ। ਕਹਿੰਦੇ ਮੈਂ ਪ੍ਰਮਾਤਮਾ ਦੀ ਸਿਫਤ ਸਲਾਹ ਦੀ ਇੱਕ ਰਸ ਸਿੰਘੀ ਵਜਾ ਰਿਹਾ ਹਾਂ। ਇਸ ਦੀ ਬਰਕਤ ਨਾਲ ਮੈਂ ਉਸ ਆਤਮਕ ਅਵਸਥਾ ਵਿੱਚ ਆਪਣਾ ਆਸਣ ਜਮਾਇਆ ਹੋਇਆ ਹੈ, ਜਿੱਥੇ ਦੁਨੀਆ ਵਾਲਾ ਕੋਈ ਡਰ ਮੈਨੂੰ ਪੋਹ ਨਹੀਂ ਸਕਦਾ। ਤਤ ਵਿਚਾਰ ਡੰਡਾ ਕਰ ਰਾਖਿਓ, ਜੁਗਤ ਨਾਮ ਮਨ ਭਾਨੀ। ਤਤ ਵਿਚਾਰ ਦਾ ਜਿਹੜਾ ਡੰਡਾ ਮੈਂ ਆਪਣੇ ਕਰ ਹੱਥ ਵਿੱਚ ਫੜਿਆ ਹੋਇਆ ਹੈ। ਜੁਗਤ ਨਾਮ ਮਨ ਭਾਨੀ, ਤੇ ਜਿਹੜੀ ਜੁਗਤ ਹੈ ਉਹ ਕਿਹੜੀ ਹੈ? ਚਿਤ ਅੰਦਰ ਨਾਮ ਦੀ ਪ੍ਰੀਤ, ਇਹੀ ਜੁਗਤ ਹੈ ਮੇਰੇ ਕੋਲ। ਐਸਾ ਜੋਗੀ ਵਡਭਾਗੀ ਭੇਟੈ, ਮਾਇਆ ਕੇ ਬੰਧਨ ਕਾਟੈ। ਇਹੋ ਜਿਹਾ ਜੋਗੀ ਬੜੇ ਵੱਡਿਆਂ ਭਾਗਾਂ ਨਾਲ ਮਿਲਦਾ ਹੈ, ਜਿਹੜਾ ਆਪਣੇ ਅੰਦਰੋਂ ਮਾਇਆ ਦੇ ਜਿਹੜੇ ਬੰਧਨ ਨੇ ਉਹ ਕੱਟ ਦਿੰਦਾ ਹੈ। ਸੇਵਾ ਪੂਜ ਕਰੋ ਤਿਸ ਮੂਰਤ ਕੀ, ਨਾਨਕ ਤਿਸ ਪਗ ਚਾਟੈ। ਮੈਂ ਵੀ ਪ੍ਰਮਾਤਮਾ ਦੇ ਰੂਪ ਅਜਿਹੇ ਜੋਗੀ ਦੀ ਸੇਵਾ ਕਰਦਾ ਹਾਂ, ਪੂਜਾ ਕਰਦਾ ਹਾਂ। ਕਹਿੰਦੇ ਨਾਨਕ ਅਜਿਹੇ ਜੋਗੀ ਦੇ ਪੈਰ ਪਰਸਦਾ ਹੈ। ਨਾਨਕ ਤਿਸ ਪਗ ਚਾਟੈ, ਤਿਸ ਪਗ ਚਾਟੈ ਦਾ ਅਰਥ ਹੈ ਪੈਰ ਪਰਸਦਾ ਹੈ। ਅਗਲਾ ਪਾਵਨ ਸ਼ਬਦ ਕਹਿੰਦੇ ਗੌੜੀ ਮਹੱਲਾ ਪੰਜਵਾ। ਅਨੂਪ ਪਦਾਰਥ ਨਾਮ ਸੁਨਹੁ, ਸਗਲ ਧਿਆਈ ਲੈ ਮੀਤਾ। ਹਰ ਔਖਦ ਜਾ ਕਉ ਗੁਰ ਦੀਆ, ਤਾਕੇ ਨਿਰਮਲ ਚੀਤਾ ਰਹਾਉ। ਅੰਧਕਾਰ ਮਿਟਿਓ ਤਿਹ ਤਨ ਤੇ, ਗੁਰ ਸ਼ਬਦ ਦੀਪਕ ਪਰਗਾਸਾ। ਭਰਮ ਕੀ ਜਾਲੀ ਤਾਕੀ ਕਾਟੀ, ਜਾ ਕਉ ਸਾਧ ਸੰਗਤ ਵਿਸਵਾਸਾ। ਤਾਰੀਲੇ ਭਵਜਲ ਤਾਰੂ ਬਿਖੜਾ, ਬੋਹਿਥ ਸਾਧੂ ਸੰਗਾ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ। ਨਾਮ ਖਜ਼ਾਨਾ ਭਗਤੀ ਪਾਇਆ, ਮਨ ਤਨ ਤ੍ਰਿਪਤ ਅਘਾਏ। ਨਾਨਕ ਹਰ ਜੀਉ ਤਾਕਉ ਦੇਵੈ, ਜਾ ਕਉ ਹੁਕਮ ਮਨਾਏ। ਗੌੜੀ ਮਹੱਲਾ ਪੰਜਵਾ। ਅਨੂਪ ਪਦਾਰਥ ਨਾਮ ਸੁਨਹੁ, ਸਗਲ ਧਿਆਈ ਲੈ ਮੀਤਾ। ਸੁਣੋ ਹੇ ਮਿੱਤਰੋ ਸੁਣੋ, ਪਰਮਾਤਮਾ ਦਾ ਨਾਮ ਇੱਕ ਐਸਾ ਪਦਾਰਥ ਹੈ ਜਿਸ ਵਰਗਾ ਕੋਈ ਹੋਰ ਨਹੀਂ ਹੈ। ਅਨੂਪ ਦਾ ਅਰਥ ਉਪਮਾ ਤੋਂ ਰਹਿਤ ਵੈਸੇ ਹੁੰਦਾ ਹੈ। ਪਰਮਾਤਮਾ ਦਾ ਨਾਮ ਉਪਮਾ ਤੋਂ ਰਹਿਤ, ਉਹਦੇ ਵਰਗਾ ਕੋਈ ਹੋਰ ਨਹੀਂ। ਸਗਲ ਧਿਆਈ ਲੈ ਮੀਤਾ, ਇਸ ਕਰਕੇ ਇਹ ਮੇਰੇ ਮਿੱਤਰੋ ਸਾਰੇ ਇਸ ਵਾਹਿਗੁਰੂ ਪਰਮਾਤਮਾ ਦੇ ਨਾਮ ਨੂੰ ਜਪੋ। ਹਰ ਔਖਦ ਜਾ ਕਉ ਗੁਰ ਦੀਆ, ਤਾਕੇ ਨਿਰਮਲ ਰੀਤਾ। ਤਾਕੇ ਨਿਰਮਲ ਚੀਤਾ, ਜਿਨ੍ਹਾਂ ਨੂੰ ਗੁਰੂ ਨੇ ਪਰਮਾਤਮਾ ਦਾ ਨਾਮ ਦਾਰੂ ਦੇ ਦਿੱਤਾ ਤੇ ਉਹਨਾਂ ਦਾ ਚਿੱਤ ਜਿਹੜਾ ਤਾਕੇ ਨਿਰਮਲ ਚੀਤਾ, ਉਹਨਾਂ ਦਾ ਚਿੱਤ ਨਿਰਮਲ ਹੋ ਗਿਆ। ਅੰਧਕਾਰ ਮਿਟਿਓ ਤਿਹ ਤਨ ਤੇ, ਗੁਰ ਸ਼ਬਦ ਦੀਪਕ ਪਰਗਾਸਾ। ਕਹਿੰਦੇ ਕੀ ਹੋਇਆ? ਜਿਹਦੇ ਗੁਰ ਸ਼ਬਦ ਦੇ ਦੀਪਕ ਦਾ ਪ੍ਰਗਾਸ ਚਾਨਣ ਜਿਹਦੇ ਅੰਦਰ ਹੋ ਗਿਆ, ਉਹਦੇ ਤਨ ਉਹਦੇ ਮਨ ਵਿੱਚੋਂ ਕਹਿੰਦੇ ਅੰਧਕਾਰ ਜਿਹੜਾ ਹਨੇਰਾ ਸਦਾ ਵਾਸਤੇ ਮਿਟ ਗਿਆ। ਭਰਮ ਕੀ ਜਾਲੀ ਤਾਕੀ ਕਾਟੀ, ਜਾ ਕਉ ਸਾਧ ਸੰਗਤ ਵਿਸਵਾਸਾ। ਵਿਸ਼ਵਾਸ, ਜਿਹਨੂੰ ਸਾਧ ਸੰਗਤ ਤੇ ਵਿਸ਼ਵਾਸ ਆ ਗਿਆ ਨਾ, ਕਹਿੰਦੇ ਉਸ ਪਰਮਾਤਮਾ ਨੇ ਉਹਦੇ ਅੰਦਰਲੀ ਭਰਮ ਦੀ ਜਿਹੜੀ ਜਾਲੀ ਉਹ ਭਟਕਣਾ ਸਦਾ ਲਈ ਕੱਟ ਦਿੱਤੀ। ਤਾਰੀਲੇ ਭਵਜਲ ਤਾਰੂ ਬਿਖੜਾ, ਬੋਹਿਥ ਸਾਧੂ ਸੰਗਾ। ਜਿਸ ਮਨੁੱਖ ਨੇ ਗੁਰੂ ਦੀ ਸੰਗਤ ਰੂਪ ਜਹਾਜ਼ ਦਾ ਆਸਰਾ ਲੈ ਲਿਆ ਨਾ, ਉਹ ਇਸ ਅਥਾਹ ਤੇ ਔਖੇ ਸੰਸਾਰ ਸਮੁੰਦਰ ਤੋਂ ਕਹਿੰਦੇ ਪਾਰ ਲੰਘ ਗਿਆ। ਪੂਰਨ ਹੋਈ ਮਨ ਕੀ ਆਸਾ, ਗੁਰ ਭੇਟਿਓ ਹਰ ਰੰਗਾ। ਉਹਦੇ ਮਨ ਦੀ ਹਰ ਆਸਾ ਪੂਰੀ ਹੋ ਗਈ। ਕਿਹਦੇ? ਜਿਸ ਮਨੁੱਖ ਨੂੰ ਪਰਮਾਤਮਾ ਨਾਲ ਪਿਆਰ ਕਰਨ ਵਾਲਾ ਗੁਰੂ ਮਿਲ ਗਿਆ। ਗੁਰ ਭੇਟਿਓ ਹਰ ਰੰਗਾ।
नाम खजाना भगति पाया, मन तन तृप्त अघाए। ਜਿਹਨੇ ਨਾਮ ਦਾ ਖਜ਼ਾਨਾ ਪਾ ਲਿਆ ਨਾ, ਨਾਮ ਦਾ ਖਜ਼ਾਨਾ ਭਗਤੀ ਪਾ ਲਈ, ਜਿਹਨੂੰ ਮਿਲ ਗਿਆ, ਉਹਦੇ ਮਨ ਤਨ ਤ੍ਰਿਪਤ ਗਾਏ, ਉਹਦਾ ਮਨ ਤਨ ਸਦਾ ਲਈ ਤ੍ਰਿਪਤ ਹੋ ਗਿਆ, ਰੱਜ ਹੋ ਗਏ। ਅਘਾ ਦਾ ਅਰਥ ਵੀ ਵੈਸੇ ਰੱਜਣਾ ਹੀ ਹੈ। ਨਾਨਕ ਹਰਿ ਜੀਉ ਤਾ ਕਉ ਦੇਵੈ, ਜਾ ਕਉ ਹੁਕਮ ਮਨਾਏ। ਪਰ ਕਹਿੰਦੇ ਇਹ ਉਸੇ ਨੂੰ ਹੀ ਮਿਲਦਾ ਏ, ਜਾ ਕਉ ਹੁਕਮ ਮਨਾਏ, ਜਿਨ੍ਹਾਂ ਨੂੰ ਪ੍ਰਭੂ ਆਪਣਾ ਹੁਕਮ ਮੰਨਣ ਲਈ ਪ੍ਰੇਰਨਾ ਕਰਦਾ ਹੈ। ਇਹ ਨਾਮ ਦਾ ਖਜ਼ਾਨਾ ਜਿਹੜਾ ਅਸਲ ਵਿੱਚ ਹੈ, ਇਹ ਉਸੇ ਇਨਸਾਨ ਨੂੰ, ਉਸੇ ਜੀਵ ਨੂੰ ਹੀ ਮਿਲਦਾ ਹੈ। ਗੌੜੀ ਮਹੱਲਾ ਪੰਜਵਾ। ਦਇਆ ਮਇਆ ਕਰ ਪ੍ਰਾਨ ਪਤ ਮੋਰੇ, ਮੋਹਿ ਅਨਾਥ ਸਰਨ ਪ੍ਰਭ ਤੋਰੀ। ਅੰਧ ਕੂਪ ਮਹਿ ਹਾਥ ਦੇ ਰਾਖਹੁ, ਕਛੂ ਸਿਆਨਪ ਉਕਤ ਨ ਮੋਰੀ ਰਹਾਉ। ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਥੋਰੀ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ। ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ। ਜਾ ਕੈ ਹੀਐ ਪ੍ਰਗਟ ਪ੍ਰਭ ਹੋਆ, ਅਨਦਿਨ ਕੀਰਤਨ ਰਸਨ ਰਮੋਰੀ। ਤੁਮ ਸਮਰੱਥ ਅਪਾਰ ਅਤ ਊਚੇ, ਸੁਖ ਦਾਤੇ ਪ੍ਰਭ ਪ੍ਰਾਨ ਅਧੋਰੀ। ਨਾਨਕ ਕਉ ਪ੍ਰਭ ਕੀਜੈ ਕਿਰਪਾ, ਹੁਣ ਸੰਤਨ ਕੈ ਸੰਗ ਸੰਗੋਰੀ। ਜਿਹੜਾ ਸ਼ਬਦ ਹੈ ਗੌੜੀ ਮਹੱਲਾ ਪੰਜਵਾ। ਗੌੜੀ ਰਾਗ ਦਾ ਨਾਮ ਮਹੱਲਾ ਪੰਜਵਾ। ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ, ਦਇਆ ਮਾਇਆ ਕਰ ਪ੍ਰਾਨਪਤ ਮੋਰੇ, ਐ ਮੇਰੇ ਪ੍ਰਾਨਪਤ ਜਿੰਦ ਜਾਨ ਦੇ ਪਿਆਰੇ, ਮੇਰੇ ਤੇ ਦਇਆ ਕਰ, ਮੇਰੇ ਤੇ ਮਾਇਆ ਕਰ, ਤਰਸ ਕਰ। ਮੋਹਿ ਅਨਾਥ ਸਰਨ ਪ੍ਰਭ ਤੋਰੀ, ਮੈਂ ਅਨਾਥ ਸੱਚੇ ਪਾਤਸ਼ਾਹ ਤੇਰੀ ਸ਼ਰਨ ਵਿੱਚ ਆਇਆ। ਅੰਧ ਕੂਪ ਮੈਂ ਹਾਥ ਦੇ ਰੱਖੋ, ਕਛੂ ਸਿਆਣਪ ਉਕਤ ਨਾ ਮੋਰੀ। ਪਾਤਸ਼ਾਹ ਮੇਰੇ ਅੰਦਰ ਕੋਈ ਸਿਆਣਪ ਨਹੀਂ ਹੈ, ਮੈਂ ਸਿਆਣਾ ਨਹੀਂ ਹਾਂ। ਅੰਧੇ ਖੂਹ ਵਿੱਚ ਮੈਂ ਡਿੱਗਦਾ ਜਾ ਰਿਹਾ, ਮਾਇਆ ਰੂਪੀ ਖੂਹ ਦੇ ਵਿੱਚ, ਤੇ ਹਾਥ ਦੇ ਰੱਖੋ, ਕਿਰਪਾ ਕਰ, ਮੈਨੂੰ ਆਪਣਾ ਹੱਥ ਦੇ ਕੇ ਰੱਖ ਲੈ, ਮੈਨੂੰ ਬਾਹਰ ਕੱਢ ਲੈ। ਰਹਾਉ ਵਿਸ਼ਰਾਮ ਦੇ ਕੇ ਕਹਿੰਦੇ, ਕਰਨ ਕਰਾਵਨ ਸਭ ਕਿਛ ਤੁਮ ਹੀ, ਤੁਮ ਸਮਰੱਥ ਨਾਹੀ ਅਨਹੋਰੀ। ਪਾਤਸ਼ਾਹ ਕਰਨ ਕਰਾਉਣ ਵਾਲਾ ਸਭ ਕੁਛ ਤੂੰ ਹੀ ਹੈ, ਤੁਮ ਸਮਰੱਥ ਨਾਹੀ ਅਨਹੋਰੀ। ਤੇਰੇ ਵਰਗਾ ਸਮਰੱਥ, ਤੇਰੇ ਵਰਗਾ, ਤੇਰਾ ਬਰਾਬਰ ਦਾ ਹੋਰ ਕੋਈ ਦੂਜਾ ਨਹੀਂ ਹੈ। ਤੇਰੀ ਗਤ ਮਿਤ ਤੁਮ ਹੀ ਜਾਨੀ। ਹੁਣ ਥੋੜਾ ਜਿਹਾ ਧਿਆਨ ਨਾਲ ਸਮਝਿਓ। ਅਸੀਂ ਨਾ ਛੇਤੀ ਛੇਤੀ ਕਾਲੀ ਕਾਲੀ ਪੜ ਜਾਂਦੇ ਹਾਂ। ਤੇਰੀ ਗਤ ਮਤ, ਗਤ ਮਿਤ ਮੰਮੇ ਨੂੰ ਸਿਹਾਰੀਏ ਵੇਖੋ। ਤੁਮਰੀ ਗਤ ਮਿਤ ਤੁਮ ਹੀ ਜਾਨੀ, ਸੇ ਸੇਵਕ ਜਿਨ ਭਾਗ ਮਿਥੋਰੀ। ਪਾਤਸ਼ਾਹ ਤੇਰੀ ਗਤ ਮਿਤ, ਤੇਰੀ ਅਵਸਥਾ, ਤੂੰ ਕਿੱਡਾ ਵੱਡਾ ਹੈ, ਕਿਹੋ ਜਿਹਾ ਹੈ, ਕਿਸ ਤਰ੍ਹਾਂ ਦਾ ਹੈ, ਇਹ ਤੂੰ ਆਪ ਹੀ ਜਾਣਦਾ ਹੈ। ਹਾਂ, ਸੇ ਸੇਵਕ ਜਿਨ ਭਾਗ ਮਥੋਰੀ, ਪਰ ਜਿਨ੍ਹਾਂ ਦੇ ਮੱਥੇ ਉੱਤੇ ਭਾਗ ਨੇ, ਭਾਗ ਜਾਗ ਪੈਂਦੇ ਨੇ, ਉਹ ਫਿਰ ਤੇਰੇ ਸੇਵਕ ਬਣ ਜਾਂਦੇ ਹਨ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਓਤ ਪੋਤ ਭਗਤਨ ਸੰਗ ਜੋਰੀ। ਆਪਣੇ ਸੇਵਕ ਸੰਗ ਤੁਮ ਪ੍ਰਭ ਰਾਤੇ, ਆਪਣੇ ਸੇਵਕਾਂ ਦੇ ਪਿਆਰ ਵਿੱਚ ਤੂੰ ਸਦਾ ਰਤਿਆ ਰਹਿਣਾ ਹੈ। ਓਤ ਪੋਤ ਭਗਤਨ ਸੰਗ ਜੋਰੀ। ਓਤ ਪੋਤ ਤਾਣੇ ਪੇਟੇ ਵਿੱਚ ਜਿਵੇਂ ਧਾਗਾ ਪਰੋਇਆ ਹੁੰਦਾ ਨਾ, ਉਸੇ ਤਰ੍ਹਾਂ ਭਗਤਾਂ ਦੇ ਨਾਲ ਤੂੰ ਪਰੋਇਆ ਹੋਇਆ ਹੈ, ਪ੍ਰੀਤ ਬਣੀ ਹੈ, ਜੁੜਿਆ ਹੋਇਆ ਤੂੰ ਉਹਨਾਂ ਦੇ ਨਾਲ। ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੈ, ਜੈਸੇ ਦ੍ਰਿਸ਼ਟ ਉਹ ਚੰਦ ਚਕੋਰੀ। ਜਿਵੇਂ ਚਕੋਰ ਦੀ ਨਿਗਾਹ ਚੰਦ ਵੱਲ ਰਹਿੰਦੀ ਏ, ਉਹੀ ਨਿਗਾਹ ਤੇਰੇ ਭਗਤ ਦੀ ਹੁੰਦੀ ਏ। ਤੇਰਾ ਭਗਤ ਤੈਨੂੰ ਪਿਆਰਾ ਪਿਆਰਾ ਆਖ ਕੇ ਤੇਰਾ ਨਾਮ ਜਪਦਾ ਹੈ, ਤੇਰੇ ਦੀਦਾਰ ਲੋਚਦਾ ਹੈ। ਪ੍ਰਿਉ ਪ੍ਰਿਉ ਨਾਮ ਤੇਰਾ ਦਰਸ਼ਨ ਚਾਹੇ, ਦਰਸ਼ਨ ਵੀ ਤੇਰੇ ਚਾਹੁੰਦਾ ਹੈ। ਜੈਸੇ ਦ੍ਰਿਸ਼ਟ ਚੰਦ ਚਕੋਰੀ, ਜਿਵੇਂ ਚਕੋਰ ਜਿਹੜੀ ਚੰਦ ਨੂੰ ਵੇਖਣ ਦੇ ਵਾਸਤੇ ਮੂੰਹ ਤਾਂ ਚੱਕ ਕੇ ਖੜੀ ਰਹਿੰਦੀ, ਉਸੇ ਤਰ੍ਹਾਂ ਪਾਤਸ਼ਾਹ ਤੇਰਾ ਭਗਤ ਜਿਹੜਾ, ਉਹ ਵੀ ਤੇਰੇ ਦਰਸ਼ਨ ਜਿਹੜੇ ਨੇ ਉਹ ਲੋਚਦਾ ਹੈ। ਰਾਮ ਸੰਤ ਮਹਿ ਭੇਦ ਕਿਛ ਨਾਹੀ, ਏਕ ਜਨ ਕਈ ਮਹਿ ਲਾਖ ਕਰੋਰੀ। ਕਹਿੰਦੇ ਰਾਮ ਸੰਤ ਮਹਿ ਭੇਦ ਕਿਛ ਨਾਹੀ। ਹੁਣ ਰਾਮ ਪਰਮਾਤਮਾ, ਸੰਤ ਉਹਦਾ ਨਾਮ ਜਪਣ ਵਾਲਾ, ਵਿਆਪਕ ਪ੍ਰਭੂ ਅਤੇ ਉਸਦੇ ਸਾਧੂ ਵਿੱਚ ਕੋਈ ਫਰਕ ਨਹੀਂ ਹੁੰਦਾ।
ਏਕ ਜਨ ਕਈ ਮਹਿ ਲਾਖ ਕਰੋੜੀ। ਇਹੋ ਜਿਹਾ ਮਨੁੱਖ ਜਿਹੜਾ ਹੈ ਨਾ ਉਹ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੁੰਦਾ ਹੈ। ਸੁਣਿਓ ਧਿਆਨ ਨਾਲ। ਕਹਿੰਦੇ ਰਾਮ ਵਾਹਿਗੁਰੂ ਤੇ ਸੰਤ ਵਿੱਚ ਭੇਦ ਨਹੀਂ, ਪਰ ਜਿਹੜਾ ਸੰਤ ਹੈ ਨਾ, ਜਿਹੜਾ ਪ੍ਰਮਾਤਮਾ ਦਾ ਰੂਪ ਹੈ, ਕਹਿੰਦੇ ਇਹੋ ਜਿਹਾ ਜਿਹੜਾ ਹੈ ਉਹ ਲੱਖਾਂ ਕਰੋੜਾਂ ਵਿੱਚੋਂ ਕੋਈ ਇੱਕ ਅੱਧਾ ਹੀ ਹੁੰਦਾ ਹੈ। ਜਿਹਨੂੰ ਬਾਣੀ ਨੇ ਆਖਿਆ ਨਾ, ਹੈਨ ਵਿਰਲੇ ਨਾ ਹੀ ਘਣੇ ਫੈਲ ਫਕੜ ਸੰਸਾਰ, ਉਹ ਗੱਲ ਕਰ ਰਹੇ ਨੇ ਇੱਥੇ। ਜਾ ਕੈ ਹੀਐ ਪ੍ਰਗਟ ਪ੍ਰਭ ਹੋਆ, ਅਣਦਿਨ ਕੀਰਤਨ ਰਸਨ ਰਮੋਰੀ। ਜਾ ਕੈ ਹੀਐ ਪ੍ਰਗਟ ਪ੍ਰਭ ਹੋਆ, ਜਿਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਆਪਣਾ ਪ੍ਰਕਾਸ਼ ਪ੍ਰਗਟ ਕਰਦਾ, ਉਹ ਪ੍ਰਗਟ ਹੋ ਜਾਂਦਾ ਜਿਹਦੇ ਹਿਰਦੇ ਦੇ ਅੰਦਰ। ਅਣਦਿਨ ਕੀਰਤਨ ਰਸਨ ਰਮੋਰੀ, ਉਹ ਮਨੁੱਖ ਹਰ ਵੇਲੇ ਆਪਣੀ ਜੀਵ ਦੇ ਨਾਲ ਪ੍ਰਮਾਤਮਾ ਦੀ ਸਿਫਤ ਸਲਾਹ ਕਰਦਾ, ਰਮਦਾ ਹੈ। ਰਮੋਰੀ ਦਾ ਅਰਥ ਹੈ ਰਮਦਾ ਹੈ, ਸਿਮਰਦਾ ਹੈ। ਤੁਮ ਸਮਰੱਥ ਅਪਾਰ ਅਤ ਊਚੇ, ਸੁਖ ਦਾਤੇ ਪ੍ਰਭ ਪ੍ਰਾਣ ਅਧੋਰੀ। ਹੇ ਮੇਰੇ ਪ੍ਰਭੂ, ਹੇ ਮੇਰੀ ਜਿੰਦ ਦੇ ਆਸਰੇ, ਹੇ ਬੇਅੰਤ ਉੱਚੇ, ਹੇ ਸਭ ਨੂੰ ਸੁੱਖ ਦੇਣ ਵਾਲੇ, ਤੂੰ ਸਭਨਾ ਤਾਕਤਾਂ ਦਾ ਮਾਲਕ ਹੈ। ਪ੍ਰਾਣ ਅਧੋਰੀ, ਪ੍ਰਾਣਾਂ ਦਾ ਆਧਾਰ ਹੈ। ਕਹਿੰਦੇ ਨਾਨਕ ਕਉ ਪ੍ਰਭ ਕੀਜੈ ਕਿਰਪਾ, ਹੁਣ ਸੰਤਨ ਕੈ ਸੰਗ ਸੰਗੋਰੀ। ਮੇਰੇ ਤੇ ਵੀ ਕਿਰਪਾ ਕਰ, ਰਹਿਮਤ ਕਰ ਸੱਚੇ ਪਾਤਸ਼ਾਹ, ਹੁਣ ਸੰਤਨ ਕੈ ਸੰਗ ਸੰਗੋਰੀ। ਮੈਂ ਵੀ ਉਹਨਾਂ ਦੇ ਸੰਤ ਜਨਾਂ ਦੀ ਸੰਗਤ ਵਿੱਚ ਰਵਾਂ, ਉਹਨਾਂ ਦੇ ਸੰਗ ਵਿੱਚ ਰਵਾਂ, ਹਮੇਸ਼ਾ ਉਹਨਾਂ ਦੇ ਨਾਲ ਜੁੜਿਆ ਰਵਾਂ। ਕਹਿੰਦੇ ਇਹ ਕਿਰਪਾ, ਇਹ ਰਹਿਮਤ ਜਿਹੜੀ ਹੈ ਸੱਚੇ ਪਾਤਸ਼ਾਹ, ਉਹ ਮੇਰੇ ਤੇ ਵੀ ਕਰ। ਸੋ ਅੱਜ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਜੋ ਹੈ ਉਹ ਪ੍ਰਵਾਨ ਕਰ ਲੈਣੀਆਂ। ਬੇਅੰਤ ਭੁੱਲਾਂ ਅੱਜ ਇਸ ਗੁਰਬਾਣੀ ਦੀ ਸੰਥਿਆ ਕਰਦਿਆਂ, ਅਰਥਾਂ ਸਮੇਤ ਕਰਦਿਆਂ ਹੋਈਆਂ ਹਨ। ਕੱਲ ਨੂੰ ਫਿਰ ਇਸੇ ਤਰ੍ਹਾਂ ਹੀ ਸ਼ਾਮ ਦੀ ਕਲਾਸ ਵਿੱਚ ਸੰਥਿਆ ਵਾਲੀ ਵਿੱਚ ਆਪਾਂ ਜੁੜਾਂਗੇ। ਅੱਜ ਇੰਨੀਆਂ ਕੁ ਬੇਨਤੀਆਂ ਪ੍ਰਵਾਨ ਹੋਈਆਂ। ਬੇਅੰਤ ਭੁੱਲਾਂ ਦੀ ਖਿਮਾ ਕਰੋ, ਗੁਰ ਫਤਿਹ ਦੀ ਸਾਂਝ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।